नाल लगदी तुरी आ रही है। खैर, मैं अपने यारां दी ढाणी विच थोड़ा पढ़िया लिखिया ते दिलचस्प गल्लां मारन दे कारण आगू ही मन्निया जांदा सां। मैं अपनी ढाणी नूं 2 लाइसेंस ਦੇ ਹਥਿਆਰ ਤੇ ਕੁਝ ਨਜਾਇਜ਼ ਅਸਲੇ ਰਾਹੀਂ ਹਥਿਆਰਬੰਦ ਕਰ ਲਿਆ। ਨਜਾਇਜ਼ ਹਥਿਆਰਾਂ ਦੀ ਵਰਤੋਂ ਉਦੋਂ ਆਮ ਹੀ ਹੋ ਗਈ ਸੀ। ਅਸੀਂ ਉਦੋਂ ਬੰਗਲੌਰ ਸਾਂ। ਕੇਸਰ ਨੇ ਇਸ ਤਰ੍ਹਾਂ ਦੱਸਿਆ ਜਿਵੇਂ ਉਸਨੂੰ ਕੁਝ ਵੀ ਪਤਾ ਨਹੀਂ ਸੀ। ਆਪਣੇ ਪਿੰਡ ਦੇ ਆਲੇ ਦੁਆਲੇ ਦੇ ਮੁਸਲਮਾਨ ਯਾਰਾਂ ਦੋਸਤਾਂ ਨੂੰ ਅਸਾਂ ਬਚਾਉਣਾ ਸ਼ੁਰੂ ਕਰ ਦਿੱਤਾ। ਸਾਡੀ ਸਾਰੀ ਢਾਣੀ ਨੌਜਵਾਨ ਮੁੰਡਿਆਂ ਦੀ ਹੀ ਸੀ। ਸਾਡੇ ਇਸ ਗੁਰਦੁਆਰੇ ਵਿੱਚ ਸਾਨੂੰ ਟੋਡੀਆਂ ਨੇ ਗਦਾਰ ਤੇ ਗੁਰੂ ਤੋਂ ਬੇਮੁਖ ਆਖਿਆ। ਅੱਜ ਸਾਡੇ ਸਾਹਮਣੇ ਅੱਖਾਂ ਨਹੀਂ ਚੁੱਕਦੇ ਵੱਡੇ ਦੇਸ਼ ਭਗਤ। ਪਤਾ ਨਹੀਂ ਅਸੀਂ ਸੱਚੇ ਸਾਂ ਜਾਂ ਕੋਈ ਹੋਰ ਗੱਲ ਸੀ। ਮੁਸਲਮਾਨਾਂ ਨੂੰ ਬਚਾਉਣ ਲਈ ਸਾਨੂੰ ਜੋਸ਼ ਨਾਲ ਇੱਕ ਵੱਡੀ ਖੁਸ਼ੀ ਵੀ ਹੁੰਦੀ ਸੀ, ਜਿਸ ਨੂੰ ਮੈਂ ਅੱਜ ਵੀ ਜ਼ਾਹਰ ਕਰ ਸਕਦਾ। ਸਾਨੂੰ ਲੁਟੇਰਿਆਂ ਤੋਂ ਕਦੇ ਡਰ ਨਹੀਂ ਸੀ ਲੱਗਿਆ। ਅਸੀਂ ਕਈ ਵਾਰ ਸਾਡੀ ਲੁਟੇਰੇ ਨਾਲ ਸਾਹਮਣੀ ਟੱਕਰ ਹੋ ਚੁੱਕੀ ਸੀ, ਪਰ ਅਸਾਂ ਗੀਦੀਪੁਣਾ ਕਿਤੇ ਵੀ ਨਹੀਂ ਸੀ ਵਿਖਾਇਆ। 4 ਘੋੜੀਆਂ, 4 ਬੰਦੂਕਾਂ, 2 ਰਾਈਫਲਾਂ ਅਤੇ 3 ਪਿਸਤੌਲਾਂ ਨਾਲ ਸਾਰੇ ਹੀ ਇੱਕੋ ਜਿਹੇ ਜਿੱਥੇ ਜਾ ਪੈਂਦੇ ਸਾਂ ਲੁਟੇਰੇ ਜੱਟਾਂ ਦਾ ਮਕਿਆਟ ਕੱਢ ਦਿੰਦੇ ਸਾਂ। ਇੱਕ ਵਾਰ ਅੰਨੇ ਜੋਸ਼ ਵਿੱਚ ਅਸਾਂ ਥਾਣੇਦਾਰ ਤੋਂ 2 ਮੁਸਲਮਾਨ ਕੁੜੀਆਂ ਖੋਹ ਲਈਆਂ ਤੇ ਰਾਤੋਂ ਰਾਤ ਉਹਨਾਂ ਦੇ ਮਾਪਿਆਂ ਕੋਲ ਕੈਂਪ ਵਿੱਚ ਛੱਡ ਆਏ। ਥਾਣੇਦਾਰ ਬੜਾ ਚੀਕਿਆ। ਉਹ ਤਾਂ ਅਫਸਰਾਂ ਕੋਲ ਵੀ ਪਿੱਟਿਆ ਕਿ ਜਿਵੇਂ ਜੀ ਆਉਂਦੀ ਏ ਇਲਾਕੇ 'ਚ ਕਰਦੇ ਆ। ਉਹਨਾਂ ਉਸ ਐਲਾਨੀਆ ਕਹਿ ਦਿੱਤਾ ਕਿ ਇਹਨਾਂ ਬੰਦਿਆਂ ਨੂੰ ਮੈਂ ਕਿਸੇ ਟੱਕਰ 'ਚ ਲੈ ਕੇ ਗੋਲੀ ਮਾਰ ਦੇਣੀ ਹੈ। ਅਸੀਂ ਉਸ ਦੀਆਂ ਫੜਾਂ ਨੂੰ ਕੀ ਸਮਝਦੇ ਸੀ। ਸਹੁਰਿਆਂ ਨਾਲ ਵਲ ਪੈਣ ਵਾਲੀ ਗੱਲ ਇਉਂ ਹੋਈ ਕਿ ਮਸੀਤਾਂ ਪਿੰਡ ਦੇ ਸਾਡੇ ਹੁਸੈਨ ਸ਼ਿਕਾਰੀ ਯਾਰ ਦੀ ਭੈਣ ਉਧਾਲੀ ਦੱਬ ਵਾਲੀ ਜਲ ਆ ਗਈ। ਹੁਸੈਨ ਰਾਤ ਨੂੰ ਚੋਰੀ ਸਾਡੇ ਕੋਲ ਆਇਆ। ਉਸ ਆਉਂਦਿਆਂ ਹੀ ਧਾ ਮਾਰੀ, ਮੇਰੇ ਯਾਰੋ ਮੇਰੀ ਭੈਣ ਮੁੜਵਾ ਦਿਓ, ਨਹੀਂ ਅਗਾਂਹ ਉਸ ਦਾ ਗਲ ਭਰ ਆਇਆ। ਮੈਂ ਉਹਨਾਂ ਨੂੰ ਹੌਸਲਾ ਦਿੱਤਾ ਕਿ ਤੂੰ ਰੋ ਨਾ। ਉਹ ਕਹਿ ਰਿਹਾ ਸੀ, ਅਸੀਂ ਯਾਰ ਵੀ ਸਾਂ, ਭਰਾ ਵੀ ਸਾਂ। ਅੱਜ ਅਸੀਂ ਲੁੱਟੇ ਜਾ ਰਹੇ ਹਾਂ, ਅਸੀਂ ਵੱਢੇ ਜਾ ਰਹੇ ਹਾਂ। ਲੁੱਟ ਲਵੋ, ਵੱਢ ਲਵੋ, ਪਰ ਰੱਬ ਦੇ ਵਾਸਤੇ ਸਾਡੀਆਂ ਧੀਆਂ ਭੈਣਾਂ ਨੂੰ ਤਾਂ ਆਪਣੀਆਂ ਧੀਆਂ ਭੈਣਾਂ ਸਮਝੋ। ਮੈਨੂੰ ਤੇ ਮੇਰੀ ਭੈਣ ਨੂੰ ਨਿਸ਼ੰਗ ਗੋਲੀ ਮਾਰ ਦਿਓ। ਕਸਮ ਹੈ ਨਬੀ ਰਸੂਲ ਦੀ ਜੋ ਹਯਾਤੀ ਲਈ ਵਾਸਤਾ ਪਾਈਏ। ਪਰ ਉਸਨੂੰ ਇੱਕ ਵਾਰ ਉਸ ਗੱਲ ਵਿੱਚ ਫਿਰ ਵਿਚਕਾਰ ਛੱਡ ਦਿੱਤੀ। ਭਾਵੇਂ ਇਸ ਤਰ੍ਹਾਂ ਦੀਆਂ ਘਟਨਾਵਾਂ ਆਮ ਹੋ ਰਹੀਆਂ ਸਨ, ਪਰ ਯਾਰ ਹੁਸੈਨੇ ਦੀ ਗੱਲਾਂ ਨੇ ਸਾਡਾ ਅੰਦਰ ਚੀਰ ਸੁੱਟਿਆ। ਮੈਂ ਭਰੀਆਂ ਅੱਖਾਂ ਨਾਲ ਕਿਹਾ, ਹੁਸੈਨਿਆ ਤੂੰ ਫਿਕਰ ਨਾ ਕਰ, ਮੇਰੇ ਸਾਥੀ ਤੇਰੇ ਨਾਲ ਹੁਣੇ ਜਾਂਦੇ ਐ। ਮੈਂ ਦੱਬ ਵਾਲੀ ਮੰਗਿਆ ਹੋਇਆ ਨਹੀਂ, ਤੇਰੇ ਨਾਲ ਜ਼ਰੂਰ ਚੱਲਦਾ। ਹੁਸੈਨ ਕੋਲ ਆਪਣੀ ਬੰਦੂਕ ਸੀ। ਉਸ ਕਾਰਤੂਸ ਭਰ ਕੇ ਮੇਰੇ ਹੱਥਾਂ ਵਿੱਚ ਦੇ ਦਿੱਤੀ ਤੇ ਆਖਣ ਲੱਗਾ, ਜੇ ਤੂੰ ਨਹੀਂ ਜਾਣਾ ਤਾਂ ਮੇਰੀ ਅਲਖ ਬੰਦੂਕ ਨਾਲ ਇੱਥੇ ਹੀ ਮੁਕਾ ਦੇ। ਉਂਝ ਵੀ ਸਾਡਾ ਜਿਉਣਾ ਮੁੱਕ ਹੀ ਚੁੱਕਾ ਏ। ਮੈਂ ਹੁਸੈਨ ਨੂੰ ਜੱਫੀ ਪਾ ਲਈ ਤੇ ਝੱਟ ਪਿੱਛੋਂ ਹੀ ਅਸੀਂ ਘੋੜੀਆਂ ਦੱਬ ਵਾਲੀ ਨੂੰ ਛੇੜ ਦਿੱਤੀਆਂ। ਇਹ ਹੁਣ ਹੁਸੈਨ ਨੂੰ ਵੀ ਪਤਾ ਨਹੀਂ ਸੀ ਅਖਤਰੀ ਕਿਹਦੇ ਘਰ ਹੈ। ਮੈਂ ਅਖਤਰੀ ਨੂੰ ਚੰਗੀ ਤਰ੍ਹਾਂ ਜਾਣਦਾ ਸੀ। 3 ਮਹੀਨੇ ਪਹਿਲਾਂ ਅਖਤਰੀ ਦੇ ਵਿਆਹ ਤੇ ਜਾ ਕੇ ਆਇਆ ਸਾਂ। ਅਸਾਂ ਬਾਹਰ ਛੱਪੜ ਲਾਗੇ ਬੋੜ ਹੇਠਾਂ ਘੋੜੀਆਂ ਰੋਕ ਲਈਆਂ। 2 ਬੰਦੇ ਛੱਡਦਿਆਂ ਮੈਂ ਚੇਤਾਵਨੀ ਨਾਲ ਆਖਿਆ, ਬੰਦਾ ਮਾਰਨ ਤੋਂ ਬਚਾਉਣਾ ਏ, ਬਾਕੀ ਸਭ ਹੱਥਕੰਡੇ ਵਰਤ ਲੈਣੇ ਆ, ਹੋਰ ਨਾ ਥਾਣੇਦਾਰ 302 ਬਣਾ ਦੇਵੇ। ਬਾਹਰ ਨਵੇਕਲੇ ਘਰੋਂ ਆਦਮੀ ਜਿੰਨੀ ਉੱਚੀ ਕੰਧ ਟੱਪ ਕੇ ਅਸਾਂ ਇੱਕ ਬੰਦਾ ਜਗਾ ਲਿਆ। ਡਰ ਸਾਡੇ ਨੇੜੇ ਨਹੀਂ ਸੀ ਆਇਆ। ਉਹਨਾਂ ਦਿਨਾਂ ਵਿੱਚ ਇੰਨਾ ਸਹਿਮ ਛਾਇਆ ਹੋਇਆ ਸੀ ਕਿ ਰਾਤੀ ਪੈਣ ਵਾਲੇ ਨੂੰ ਭਰੋਸਾ ਨਹੀਂ ਸੀ ਹੁੰਦਾ ਕਿ ਸਵੇਰੇ ਜਿਉਂਦੇ ਜਾਗਦੇ ਉੱਠਾਂਗੇ। ਘਰ ਵਾਲੇ ਸਾਡੀਆਂ ਬੰਦੂਕਾਂ ਵੇਖ ਕੇ ਸਹਿਮ ਗਏ। ਜਨਾਨੀਆਂ ਰੌਲਾ ਪਾਉਣ ਲੱਗੀਆਂ, ਪਰ ਦਨਾਲਾਂ ਦੇ ਮੂੰਹ ਸਿੱਧੇ ਕਰ ਦੇਣ ਦੀ ਦੇਰ ਸੀ ਕਿ ਉਹਨਾਂ ਦੀਆਂ ਚੀਕਾਂ ਗਲਾਂ ਵਿਚਕਾਰ ਹੀ ਸੁੱਕ ਗਈਆਂ। ਉਸ ਬੰਦੇ ਨੂੰ ਬਾਹਰ ਲੈ ਕੇ ਜਾਂਦਿਆਂ ਅਸਾਂ ਘਰ ਵਾਲਿਆਂ ਨੂੰ ਖਬਰਦਾਰ ਕੀਤਾ ਕਿ ਜੇ ਰੌਲਾ ਪਾਇਆ, ਆਵਾਜ਼ ਕੱਢੀ, ਤੁਹਾਡੇ ਬੰਦੇ ਨੂੰ ਉਦੋਂ ਹੀ ਗੋਲੀ ਮਾਰ ਦਿਆਂਗੇ। ਬੰਦੇ ਨੂੰ ਹਾਲੇ ਤੱਕ ਇਹ ਨਹੀਂ ਪਤਾ ਸੀ ਕਿ ਮੈਨੂੰ ਕਿਉਂ ਜਗਾਇਆ ਹੈ। ਸਿੱਖਾਂ ਨੂੰ ਵੇਖ ਕੇ ਉਸ ਨੂੰ ਇਹ ਤਸੱਲੀ ਜ਼ਰੂਰ ਸੀ ਕਿ ਮੈਨੂੰ ਗੋਲੀ ਨਹੀਂ ਮਾਰਦੇ। ਜਦ ਮੈਂ ਉਸ ਕੋਲੋਂ ਪੁੱਛਿਆ, ਪਰਸੋਂ ਮਸੀਤਾਂ ਪਿੰਡ ਦੇ ਮੁਸਲਮਾਨਾਂ ਦੇ ਕਿੰਨੀਆਂ ਕੁੜੀਆਂ ਇੱਥੇ ਆਈਆਂ ਹਨ, ਉਸ ਟਾਲ ਮਟੋਲ ਕਰਨੀ ਸ਼ੁਰੂ ਕਰ ਦਿੱਤੀ। ਹੁਸੈਨੇ ਨੇ ਵੱਟ ਕੇ ਉਸਦੇ ਥੱਪੜ ਮਾਰਿਆ। ਮੈਂ ਕਿਹਾ, ਤੂੰ ਪਾਸੇ ਹੋ ਜਾ, ਮੈਂ ਇਸ ਦਾ ਕੰਮ ਹੀ ਮੁਕਾਉਂਦਾ ਹਾਂ। ਉਦੋਂ ਮਰੇ ਬੰਦੇ ਦਾ ਮੁੱਲ ਜੇ ਸਿੱਖ ਸੀ 4 ਮਣ ਲੱਕੜਾਂ ਤੇ ਜੇ ਮੁਸਲਮਾਨ ਸੀ 3.5 ਹੱਥ ਟੋਆ ਸੀ। ਜਦ ਮੈਂ ਉਸਦੀ ਹਿੱਕ ਨਾਲ ਬੰਦੂਕ ਲਾਈ, ਉਸਦੇ ਪੈਰਾਂ ਦੀ ਮਿੱਟੀ ਵੀ ਕੰਬ ਉੱਠੀ। ਆਖਣ ਲੱਗਾ, ਜੀ 3 ਨੇ, ਜਰਾ ਅੱਗੇ ਹੋ ਕੇ ਉਹਨਾਂ ਦੇ ਘਰ ਵੀ ਲੈ ਕੇ ਚੱਲ। ਮੈਂ ਧੱਕਾ ਮਾਰ ਕੇ ਸੂਹੇ ਨੂੰ ਅੱਗੇ ਲਾ ਲਿਆ।
ਪਹਿਲੇ ਘਰੋਂ ਉਸ ਕੋਲੋਂ ਆਵਾਜ਼ ਮਰਵਾ ਕੇ ਬੂਹਾ ਖਲਵਾ ਲਿਆ। ਬਾਰ ਦੇ ਖੁੱਲਦਿਆਂ ਸਾਰ ਅਸਾਂ ਬੰਦਾ ਫੜ ਲਿਆ ਤੇ ਮੁਸਲਮਾਨ ਕੁੜੀ ਦੀ ਮੰਗ ਕੀਤੀ। ਉਸ ਕੋਈ ਹਿੱਚ ਨਾ ਕੀਤੀ ਤੇ ਸਾਨੂੰ ਅੰਦਰ ਲਿਜਾ ਕੇ ਕੁੜੀ ਸੰਭਾਲ ਦਿੱਤੀ। ਇਹ ਅਖਤਰੀ ਨਹੀਂ ਸੀ, ਪਰ ਪਿੰਡ ਦੇ ਹੁਸੈਨੇ ਨੂੰ ਵੇਖ ਕੇ ਕੁੜੀ ਨੇ ਹੌਸਲਾ ਫੜ ਲਿਆ। ਇੱਕ ਬੰਦਾ ਅਸਾਂ ਉਸ ਘਰ ਦਾ ਵੀ ਨਾਲ ਤੋਰ ਲਿਆ। ਦੂਜੀ ਕੁੜੀ ਕਿਹਦੇ ਘਰ ਆਵੇ ਜੀ? ਪਾਖਰ ਦੇ। ਉਹਨਾਂ ਦੋਹਾਂ ਇੱਕੋ ਸਾਹ ਕਹਿ ਦਿੱਤਾ। ਮੈਂ ਇੱਕਦਮ ਹੈਰਾਨ ਹੋ ਕੇ ਪੁੱਛਿਆ, ਪਾਖਰ ਦੀ ਆਪਣੀ ਭੈਣ ਕਿੱਥੇ ਮੰਗੀ ਹੈ ਜੀ? ਰੱਤੇਵਾਲ। ਇੰਨੀ ਸੁਣ ਕੇ ਹੁਸੈਨਾ ਘਬਰਾ ਗਿਆ। ਸ਼ਾਇਦ ਉਸ ਖਿਆਲ ਕੀਤਾ ਸੀ ਕਿ ਮੈਂ ਜਾਣੋ ਨਾ ਕਰ ਦਿਆਂਗਾ। ਮੈਂ ਚੁੱਪ ਵੱਟ ਕੇ ਸੂਹਿਆਂ ਨੂੰ ਅੱਗੇ ਲਾ ਲਿਆ। ਸੂਹਿਆਂ ਦੱਸਿਆ, ਮੁਸਲਮਾਨ ਕੁੜੀ ਘਰ ਨਹੀਂ, ਬਾਹਰਲੀ ਹਵੇਲੀ ਰੱਖੀਏ। ਅਸੀਂ ਆਵਾਜ਼ਾਂ ਦਵਾ ਕੇ ਬਾਹਰ ਖਲੋਣਾ ਠੀਕ ਨਾ ਸਮਝਿਆ। ਦੋ ਬੰਦਿਆਂ ਨੂੰ ਘੋੜੀਆਂ ਬਣਾ ਕੇ ਅਸੀਂ ਹਵੇਲੀ ਦੀ ਕੰਧ ਟੱਪੀ। ਦੂਜੇ ਸੂਹੇ ਨੂੰ ਵੀ ਨਾਲ ਉਤਾਰ ਲਿਆ। ਕੁੱਤਾ ਕੰਧ ਉੱਤੇ ਚੜ੍ਹਨ ਦੇ ਹੀ ਗਲ ਪੈ ਚੁੱਕਾ ਸੀ। ਹੁਸੈਨੇ ਨੇ ਕੁੱਤੇ ਦੇ ਮੂੰਹ ਵਿੱਚ ਦਨਾਲ ਦੇ ਦਿੱਤੀ। ਕੁੱਤਾ ਪਰੇ ਹੋ ਕੇ ਭੌਂਕਣ ਲੱਗ ਪਿਆ। ਕੋਈ ਮੰਜੇ ਤੋਂ ਉੱਠ ਕੇ ਅੰਦਰ ਨੂੰ ਨੱਸ ਗਿਆ। ਕੁੱਤੇ ਦੇ ਭੌਂਕਣ ਨਾਲ ਸ਼ਰਾਬੀ ਪਾਖਰ ਵੀ ਜਾਗ ਪਿਆ ਸੀ। ਉਹ ਬੜਵਾਏ ਉੱਠਦਿਆਂ ਕਿਹਾ, ਕੌਣ ਹੈ? ਬਸ ਹੁਣੇ ਦੱਸ ਦਿੰਨੇ ਆ, ਮੈਂ ਸਿਰ ਤੇ ਚੜ੍ਹਦਿਆਂ ਆਖਿਆ। ਇੱਕ ਪਲ ਕਰਤਾਰ ਬਾਈ ਨੇ ਆਪਣੇ ਸਰੋਤਿਆਂ ਵੱਲ ਦੇਖਿਆ। ਉਹ ਬਹੁਤ ਮਗਨ ਹੋ ਕੇ ਉਹਦੀ ਕਹਾਣੀ ਸੁਣ ਰਹੇ ਸਨ। ਬਾਈ ਨੇ ਕਹਾਣੀ ਅੱਗੇ ਤੋਰੀ। ਮੈਂ ਪਾਖਰ ਦੇ ਤਿਆਰ ਹੋਣ ਤੋਂ ਪਹਿਲਾਂ ਹੀ ਉਸ ਦੇ ਬੰਦੂਕ ਦਾ ਬੱਟ ਜਾ ਮਾਰਿਆ। ਹੁਸੈਨੇ ਨੇ ਮੈਨੂੰ ਰੋਕ ਲਿਆ। ਮੁਸਲਮਾਨ ਕੁੜੀ ਕਿੱਥੇ ਹੈ? ਮੈਂ ਇੱਕ ਥੱਪੜ ਹੋਰ ਜੜ ਦਿੱਤਾ। ਹੁਸੈਨਾ ਫਿਰ ਅੱਗੇ ਆ ਗਿਆ। ਇੱਥੇ ਸੀ, ਕਿੱਧਰ ਗਈ? ਪਾਖਰ ਹੋਰ ਵੀ ਹੈਰਾਨ ਹੋ ਗਿਆ। ਮੈਂ ਅੰਦਰ ਨੂੰ 4 ਕਦਮਾਂ ਪੁੱਟਦਿਆਂ ਪੁਕਾਰਿਆ, ਕੁੜੀਏ ਬਾਹਰ ਆ ਜਾ, ਨਹੀਂ ਗੋਲੀ ਮਾਰ ਦਿਆਂਗੇ। ਸਹਿਮੀ ਕੰਬਦੀ ਤੇ ਪਰਛਾਵਾਂ ਬਣੀ ਕੁੜੀ ਬਾਹਰ ਆ ਗਈ। ਮੈਂ ਅਖਤਰੀ ਨੂੰ ਪਛਾਣ ਲਿਆ। ਉਹ ਹੁਸੈਨੇ ਨੂੰ ਚੰਬੜ ਕੇ ਭੁੱਬਾ ਮਾਰਨ ਲੱਗ ਪਈ। ਕੁੜੀਏ ਰੋ ਨਾ, ਹੁਸੈਨਿਆ ਛੇਤੀ ਕਰ। ਮੈਂ ਆਖਦਿਆਂ ਬੰਦੂਕ ਦੀ ਹੁੱਜ ਜ਼ੋਰ ਨਾਲ ਪਾਖਰ ਦੀ ਛਾਤੀ ਵਿੱਚ ਮਾਰੀ। ਉਹ ਉਲਟ ਕੇ ਜਾ ਪਿਆ। ਹੁਸੈਨਾ ਅਖਤਰੀ ਨੂੰ ਪਰਾਂ ਝੰਜੋੜ ਕੇ ਮੇਰੇ ਅੱਗੇ ਫਿਰ ਆ ਖਲੋਤਾ। ਮੈਂ ਉਸ ਦੇ ਹਟਾਉਂਦਿਆਂ 2-4 ਲੱਤਾਂ ਧਰ ਦਿੱਤੀਆਂ। ਹੈਰਾਨ ਅਤੇ ਕੁੱਟ ਖਾ ਰਹੇ ਪਾਖਰ ਨੂੰ ਕੋਈ ਪਤਾ ਨਹੀਂ ਸੀ ਕਿ ਬਿੱਜ ਕਿੱਧਰੋਂ ਆ ਪਈ ਹੈ। ਉਸ ਅੱਗੇ ਲੱਗ ਕੇ ਬਾਰ ਖੋਲ੍ਹਿਆ। ਮੈਂ ਪਾਖਰ ਨੂੰ ਛੱਡਣਾ ਨਹੀਂ ਚਾਹੁੰਦਾ ਸੀ, ਪਰ ਹੁਸੈਨੇ ਨੇ ਉਸ ਨੂੰ ਅੰਦਰ ਹੀ ਧੱਕ ਦਿੱਤਾ। ਬਾਹਰ ਨੂੰ ਨਿਕਲਦਿਆਂ ਦੋਹਾਂ ਕੁੜੀਆਂ ਦੇ ਬਰਾਬਰ ਖਲੋਂਦਿਆਂ ਹੁਸੈਨੇ ਸਾਡਾ ਧੰਨਵਾਦ ਕੀਤਾ। ਮੈਂ ਹੁਸੈਨੇ ਦਾ ਮਕਸਦ ਪੂਰਾ ਹੋ ਗਿਆ ਸਮਝਦਿਆਂ ਬੜੇ ਗੁੱਸੇ ਨਾਲ ਆਖਿਆ, ਹੁਸੈਨਿਆ ਤੀਜੀ ਕੁੜੀ ਨਹੀਂ ਕਿਸੇ ਦੀ ਭੈਣ। ਪਿੰਡ ਕਿਵੇਂ ਬੂਕਦਾ ਸੀ ਪਤਾ ਏ? ਇੰਨੀ ਸੁਣਦੇ ਹੀ ਹੁਸੈਨਾ ਮਿੱਟੀ ਹੋ ਗਿਆ। ਮੈਂ ਸੂਹਿਆਂ ਨੂੰ ਅੱਗੇ ਤੁਰਨ ਲਈ ਬੰਦੂਕ ਦਾ ਇਸ਼ਾਰਾ ਕੀਤਾ। ਉਹ ਅੱਗੇ ਤੁਰ ਪਏ। ਅਸੀਂ ਜਿੱਧਰੋਂ ਵੀ ਲੰਘਦੇ ਸੀ ਕੁੱਤੇ ਭੌਂਕਣੋਂ ਨਹੀਂ ਹਟੇ ਸੀ। ਅਸੀਂ 5-7 ਘਰ ਹੀ ਵਧੇ ਹੋਵਾਂਗੇ ਕਿ ਪਾਖਰ ਨੇ 12 ਬੋਰ ਦਾ ਇੱਕ ਫਾਇਰ ਕਰ ਦਿੱਤਾ। ਮੇਰਾ ਮੱਥਾ ਠਣਕਿਆ। ਗੱਲ ਤਾਂ ਮਾੜੀ ਹੋ ਗਈ। ਮੈਂ ਰੌਲਾ ਪੈਣ ਦੇ ਡਰੋਂ ਹੀ ਪਾਖਰ ਨੂੰ ਛੱਡਣਾ ਨਹੀਂ ਚਾਹੁੰਦਾ ਸੀ। ਅਸੀਂ ਫਾਇਰ ਦਾ ਕੋਈ ਜਵਾਬ ਨਾ ਦਿੱਤਾ। ਫਿਰ ਕੋਠੇ ਦੀ ਛੱਤ ਤੋਂ ਇੱਕ ਫਾਇਰ ਹੋਰ ਹੋ ਗਿਆ। ਮੈਂ ਆਪਣੇ ਸਾਥੀ ਕਾਲੇ ਨੂੰ ਆਖਿਆ, ਇਹਨਾਂ ਨੂੰ ਛੁਗਲਾ ਵਿਖਾਈਏ। ਥੋੜੇ ਕੀਤਾ ਇਹਨਾਂ ਟਿਕਣਾ ਨਹੀਂ। ਕਾਲਾ ਮੂੰਹ ਮੋੜ ਕੇ ਖਲੋ ਗਿਆ। ਅਸਾਂ ਕੋਠਿਆਂ ਉੱਤੋਂ ਦੀ 5 ਬੰਦੂਕਾਂ ਦੇ ਰਾਈਫਲਾਂ ਦੀ ਤਾੜ ਮਾਰੀ। ਕਾੜ ਕਰਦੀਆਂ ਗੋਲੀਆਂ ਨੇ ਪਿੰਡ ਦੀ ਛਾਤੀ ਧੜਕਣ ਲਾ ਦਿੱਤੀ। ਮੁਸਲਮਾਨ ਕੁੜੀਆਂ ਤੇ ਸੂਹੇ ਤਰਬ ਕੇ ਰਹਿ ਗਏ। ਪਾਖਰ ਤੇ ਉਸਦਾ ਹਥਿਆਰ ਸਿਉਂਕ ਦੀ ਮਿੱਟੀ ਵਾਂਗ ਸੌਂ ਗਏ। ਸਾਰਾ ਪਿੰਡ ਅੰਦਰ ਜਾਗ ਪਿਆ। ਜਦ ਤੀਜੇ ਘਰ ਅੱਗੇ ਆਏ, ਉਹਨਾਂ ਦੇ ਵਿਹੜੇ ਵਿੱਚ ਦੀਵਾ ਜਗ ਰਿਹਾ ਸੀ। ਕੰਧ ਟੱਪ ਕੇ ਹੁਣ ਅੰਦਰ ਨਹੀਂ ਉਤਰਿਆ ਜਾ ਸਕਦਾ ਸੀ। ਸ਼ਾਇਦ ਕੋਈ ਅੰਦਰ ਹਥਿਆਰ ਭਰੀ ਬੈਠਾ ਹੋਵੇ। ਕੁੱਤਿਆਂ ਦੇ ਭੌਂਕਣ ਤੇ ਸਾਡੀ ਪੈੜ ਚਾਲ ਨੇ ਅੰਦਰਲੇ ਬੰਦਿਆਂ ਨੂੰ ਬਾਹਰਲੇ ਖਤਰੇ ਤੋਂ ਖਬਰਦਾਰ ਕਰ ਦਿੱਤਾ ਸੀ। ਉਹਨਾਂ ਝੱਟ ਦੀਵੇ ਨੂੰ ਫੂਕ ਮਾਰੀ। ਮੈਂ ਉੱਚੀ ਪੁਕਾਰ ਕੇ ਆਖਿਆ, ਘਰ ਵਾਲਿਓ, ਮੁਸਲਮਾਨ ਕੁੜੀ ਦੇ ਦੇਵੋ। ਅਸੀਂ ਤੁਹਾਨੂੰ ਕੁਝ ਨਹੀਂ ਆਖਦੇ। ਪਰ ਅੰਦਰਲਿਆਂ ਦੜ ਵੱਟ ਲਈ। ਅਸੀਂ ਆਪਣੇ ਸੂਹਿਆਂ ਤੋਂ ਵੀ ਆਵਾਜ਼ਾਂ ਮਰਵਾਈਆਂ, ਪਰ ਉਹਨਾਂ ਉੱਤੇ ਕੋਈ ਅਸਰ ਨਾ ਹੋਇਆ। ਕੁੜੀ ਛੱਡ ਕੇ ਜਾਣਾ ਸਾਨੂੰ ਮਿਹਣਾ ਸੀ। ਰਾਤ 2-3 ਵੱਜ ਚੁੱਕੇ ਸਨ। ਕਰਦੇ ਤਾਂ ਕੀ ਕਰਦੇ। ਇਹਨਾਂ ਨੂੰ ਇੱਕ ਪਾਸਿਓਂ ਸਾਡੇ ਪੱਕੇ ਰੋੜੇ ਪੈਣ ਲੱਗ ਪਏ ਤੇ ਅੰਦਰੋਂ ਇੱਕ ਫਾਇਰ ਵੀ ਹੋ ਗਿਆ। ਮਜਬੂਰ ਹੋ ਅਸਾਂ ਵੀ ਪਿਛਾਂਹ ਹਟ ਕੇ ਤਖਤਿਆਂ ਨੂੰ ਸਾਹਮਣੀਆਂ ਬਾੜਾਂ ਮਾਰੀਆਂ। ਰੱਬ ਦਾ ਸ਼ੁਕਰ ਅੰਦਰ ਕੋਈ ਨੁਕਸਾਨ ਨਹੀਂ ਹੋਇਆ। ਮੈਂ ਫਿਰ ਲਲਕਾਰ ਕੇ ਆਖਿਆ, ਕੁੜੀ ਕੰਧ ਤੋਂ ਦੀ ਬਾਹਰ ਟਪਾ ਦਿਓ, ਨਹੀਂ ਅੱਗ ਲਾ ਕੇ ਘਰ ਹੀ ਫੂਕਦੇ ਆ। ਕਾਲਿਆ ਸੁੱਟ ਕਰਨੇ ਬਾਹਰ ਅੱਗੇ, ਜੱਟ ਨਹੀਂ ਐਵੇਂ ਸੂਤ ਆਉਂਦੇ। ਮੈਂ ਫੋਕਾ ਦਮਗਜਾ ਮਾਰਿਆ, ਪਰ ਅੰਦਰ ਇੱਕ ਚੀਕ ਝਾੜਾ ਪੈ ਗਿਆ। 2 ਮਿੰਟ ਨਹੀਂ ਲੱਗੇ ਕਿ ਕੁੜੀ ਅੰਦਰੋਂ ਕੰਧ ਉੱਤੋਂ ਦੀ ਆ ਗਈ। ਅਖਤਰੀ ਨੇ ਉਸਨੂੰ ਆਵਾਜ਼ ਮਾਰੀ, ਬਰਕਤੇ ਆਪਣੀ ਬਾਈ ਹੈ। ਇੰਨੀ ਗੱਲ ਸੁਣਦਿਆਂ ਹੀ ਬਰਕਤੇ ਨੇ 10 ਫੁੱਟ ਉੱਚੀ ਕੰਧ ਤੋਂ ਛਾਲ ਮਾਰ ਦਿੱਤੀ। ਉਸਨੂੰ ਇੰਨੀ ਖੁਸ਼ੀ ਚੜ੍ਹ ਗਈ ਕਿ ਉਹ ਮਰ ਜਾਣ ਦਾ, ਅੰਗ ਟੁੱਟ ਜਾਣ ਦੀ ਕੋਈ ਪਰਵਾਹ ਨਾ ਕੀਤੀ।
ਅਸਾਂ ਸੂਹਿਆਂ ਨੂੰ ਛੱਡ ਦਿੱਤਾ ਅਤੇ ਪਹਿਲੇ ਤੋਂ ਆਪਣੀ ਸਖਤੀ ਦੀ ਮਾਫੀ ਮੰਗੀ। ਫਿਰ ਅਸੀਂ ਹੁਸੈਨੀ ਨਾਲ ਕੈਂਪ ਤੱਕ ਗਏ। ਮੈਂ ਅਖਤਰੀ ਦੇ ਦੂਜੀਆਂ ਕੁੜੀਆਂ ਨੂੰ ਪਿਆਰ ਦਿੱਤਾ। ਉਹਨਾਂ ਰੋ ਰੋ ਵਿਛੜਦੀਆਂ ਕੁੜੀਆਂ ਦੇ ਬੋਲ ਮੈਂ ਸਾਰੀ ਉਮਰ ਨਹੀਂ ਭੁੱਲ ਸਕਦਾ। ਉਹਨਾਂ ਮਜ਼ਲੂਮ ਕੁੜੀਆਂ ਸਾਨੂੰ ਕਿੰਨੀਆਂ ਅਸੀਸਾਂ ਦਿੱਤੀਆਂ ਮੈਂ ਕਹਿ ਨਹੀਂ ਸਕਦਾ। ਜਦ ਅਸੀਂ ਵਾਪਸ ਆਉਣ ਲੱਗੇ, ਹੁਸੈਨੀ ਨੇ ਧੰਨਵਾਦ ਕਰਦਿਆਂ ਆਪਣੀ ਬੰਦੂਕ ਸਾਨੂੰ ਦੇ ਦਿੱਤੀ ਤੇ ਬੋਲਿਆ, ਤੁਹਾਡੇ ਕੋਲ ਮੇਰੀ ਬੰਦੂਕ ਹੋਰ ਸਵਾਦ ਖੱਟੇਗੀ ਜੇ ਤੁਸੀਂ ਇਸ ਦੀ ਵਰਤੋਂ ਨਾਲ ਕਿਸੇ ਮੁਸਲਮਾਨ ਦੀ ਜਾਨ ਬਚਾ ਸਕੋ, ਕਿਸੇ ਭੈਣ ਦੀ ਇੱਜ਼ਤ। ਮੈਂ ਖੁਦਾ ਦੀ ਦਰਗਾਹ ਵਿੱਚ ਹਮੇਸ਼ਾ ਹੱਥ ਫੈਲਾ ਕੇ ਦੁਆ ਕਰਾਂਗਾ, ਮਾਲਕ ਤੁਹਾਨੂੰ ਤੰਦਰੁਸਤੀ ਬਖਸ਼ੇ, ਇਸ ਤਰ੍ਹਾਂ ਦੇ ਨੇਕ ਕੰਮਾਂ ਲਈ ਤਾਕਤ ਦੇਵੇ। ਅਸੀਂ ਫਾਤਮ ਸਲਾਮ ਕਹਿ ਕੇ ਇੱਕ ਦੂਜੇ ਤੋਂ ਜੁਦਾ ਹੋਏ। ਪਿਛਲੇ ਸਾਲ ਹੁਸੈਨ ਮਿਲ ਕੇ ਗਿਆ ਏ। ਅਖਤਰੀ ਨੇ ਸਾਡੇ ਵੀਰਾਂ ਨੂੰ ਸਲਾਮ ਭੇਜਿਆ ਸੀ। ਬੜੀ ਨੇਕੀ ਦਾ ਕੰਮ ਕੀਤਾ ਤੁਸਾਂ। ਰੂਪ ਦੀਆਂ ਅੱਖਾਂ ਵਿੱਚ ਸਾਰੀ ਇਸਤਰੀ ਜਾਤੀ ਵੱਲੋਂ ਧੰਨਵਾਦ ਲਿਸ਼ਕ ਰਿਹਾ ਸੀ। ਬਾਈ ਕਹਾਣੀ ਕਹਿੰਦਾ ਗਿਆ, ਪਾਖਰ ਕੋਲੋਂ ਅਖਤਰੀ ਖੋਹ ਲੈ ਆਉਣ ਨਾਲ ਮੇਰੇ ਰਿਸ਼ਤੇ ਵਿੱਚ ਤਰੇੜ ਆ ਗਈ। 2-3 ਦਿਨ ਪਿੱਛੋਂ ਪਤਾ ਲੱਗ ਗਿਆ ਕਿ ਅਸੀਂ ਮੁਸਲਮਾਨ ਕੁੜੀਆਂ ਖੋਹ ਕੇ ਕੈਂਪ ਵਿੱਚ ਪਹੁੰਚਾਈਆਂ ਸਨ। ਪਾਖਰ ਨੂੰ ਸ਼ਾਇਦ ਅਖਤਰੀ ਲੈ ਜਾਣ ਦਾ ਘੱਟ ਗੁੱਸਾ ਹੁੰਦਾ, ਪਰ ਹਿੱਕ 'ਚ ਵੱਜੀਆਂ ਮੋਹਰੀਆਂ ਰੜਕ ਪਈਆਂ ਸਨ। ਉਸ ਘਰ ਵਿੱਚ ਸਾਫ਼ ਕਹਿ ਦਿੱਤਾ, ਮਿੰਦਰੋਂ ਨੂੰ ਮਾਰ ਦੇਣਾ ਮਨਜ਼ੂਰ, ਪਰ ਉੱਥੇ ਨਹੀਂ ਵਿਆਹੁਣਾ। ਅੱਛਾ, ਇਹ ਅੜੀ ਆ ਬਣੀ। ਰੂਪ ਦੇ ਆਖਣ ਵਿੱਚ ਐਤਕੀ ਵੀ ਬਾਈ ਦੀ ਬਹਾਦਰੀ ਦੀ ਪ੍ਰਸ਼ੰਸਾ ਬਣੀ ਹੋਈ ਸੀ। ਹਾਂ, ਬਾਈ ਅੱਗੇ ਬੋਲਿਆ, ਮੈਂ ਉੜਦੀਆਂ ਖਬਰਾਂ ਸੁਣੀਆਂ ਕਿ ਸਾਕ ਤੋਂ ਜਵਾਬ ਦੇਣ ਨੂੰ ਫਿਰਦਾ ਏ। ਮੈਂ ਆਪ ਉੱਥੇ ਵਿਆਹ ਕਰਵਾਉਣ ਲਈ ਤਿਆਰ ਨਹੀਂ ਸੀ। ਪਾਖਰ ਕਾਰਨ ਮੈਨੂੰ ਉਸ ਖਾਨਦਾਨ ਨਾਲ ਨਫ਼ਰਤ ਹੀ ਹੋ ਗਈ ਸੀ। ਇਸ ਉੱਡੀਆਂ ਗੱਲਾਂ ਨੂੰ ਆਪਣੇ ਹੱਕ ਵਿੱਚ ਸਮਝ ਕੇ ਮੈਂ ਗੱਲ ਬਿਲਕੁਲ ਨਾ ਗੌਲੀ। 3-4 ਮਹੀਨੇ ਰਾਮ ਰੌਲੇ ਦੇ ਬੀਤ ਗਏ। ਇੱਕ ਦਿਨ ਰੋਟੀ ਦੇ ਕੇ ਆਉਂਦੀ ਦਿਆਲੀ ਨੇ ਬੇਰੀ ਦੀ ਓਟ ਵਿੱਚ ਮੈਨੂੰ ਰੋਕ ਲਿਆ। ਦਿਓਰਾ, ਤੇਰਾ ਇੱਕ ਸੁਨੇਹਾ ਏ। ਦਿਓਰ ਬਣਨਾ ਏ ਕਿ ਜੀਜਾ? ਤੂੰ ਆਪਣੀ ਚਿੱਤ ਦੀ ਖੁਸ਼ੀ ਕਰ ਲੈ। ਮੈਂ ਵੀ ਹੱਸ ਕੇ ਅੱਗਾ ਵੜ ਲਿਆ। ਤੇਰੀ ਮਿੰਦਰੋਂ ਨੇ ਸੁਨੇਹਾ ਦਿੱਤਾ ਹੈ ਵੀ ਘਰ ਦੇ ਭਾਵੇਂ 100 ਵਾਰ ਨਾ ਮੰਨਣ, ਮੈਂ ਤੈਨੂੰ ਆਪਣਾ ਬਣਾ ਲਿਆ ਏ ਤੇ ਇਹ ਖੂਹ 'ਚ ਡਿੱਗੀ ਇੱਟ ਤੈਨੂੰ ਕੱਢਣੀ ਪੈਣੀ ਏ। ਦਿਆਲੀ ਨੇ ਸੁਨੇਹਾ ਦੇ ਕੇ ਮੈਨੂੰ ਹੈਰਾਨ ਕਰ ਦਿੱਤਾ। ਤੂੰ ਆਪਣੀ ਸਲਾਹ ਦੱਸ ਦੇ। ਇੱਕ ਗੱਲ ਮੈਂ ਤੈਨੂੰ ਆਖਦੀ ਹਾਂ, ਇਹੋ ਜਿਹੀ ਕੁੜੀ ਹੋਰ ਕਿਤੇ ਨਹੀਂ ਮਿਲਣੀ। ਦੇਖ ਭਾਬੀ, ਆਪਾਂ ਨੂੰ ਸਾਕਾਂ ਦਾ ਘਾਟਾ ਨਹੀਂ। ਉਹਨੂੰ ਆਖੀ ਮਾਪਿਆਂ ਤੋਂ ਪਰਵਾਰੀ ਹੋਣਾ ਚੰਗਾ ਨਹੀਂ ਹੁੰਦਾ। ਮੈਂ ਪੁਰਸ਼ਾਂ ਵਾਂਗ ਜਵਾਬ ਦੇ ਕੇ ਅਗਾਂਹ ਲੰਘ ਗਿਆ। ਮੈਂ ਇਸ ਗੱਲ ਨੂੰ ਕਈ ਦਿਨ ਸੋਚਦਾ ਰਿਹਾ। ਫਿਰ ਇਹ ਗੱਲ ਮੇਰੇ ਦਿਮਾਗ 'ਚੋਂ ਨਿਕਲ ਗਈ। ਮੈਂ ਹੋਰ ਸਾਕ ਲੈਣ ਦੀ ਸਲਾਹ ਕਰ ਲਈ। ਮੇਰੀ ਹੋਰ ਸਾਕ ਲੈਣ ਦੀ ਗੱਲ ਦਿਆਲੀ ਰਾਹੀਂ ਦੱਬ ਵਾਲੀ ਚਲੀ ਗਈ। ਥੋੜੇ ਦਿਨਾਂ ਪਿੱਛੋਂ ਹੀ ਦਿਆਲੀ ਇੱਕ ਚਿੱਠੀ ਲੈ ਕੇ ਆਈ। ਬਹੁਤਾ ਕੁਝ ਯਾਦ ਨਹੀਂ, ਪਰ ਮੋਟੇ-ਮੋਟੇ ਤੌਰ ਤੇ ਲਿਖਿਆ ਸੀ, ਪਿਆਰੇ ਸਰਦਾਰ ਜੀ, ਹੱਥ ਜੋੜ ਕੇ ਗਲੇ 'ਚ ਪੱਲਾ ਪਾ ਕੇ ਚਰਨਾਂ 'ਚ ਸੀਸ ਨਵਾ ਕੇ ਸਤਿ ਸ੍ਰੀ ਅਕਾਲ। ਮੈਂ ਜੋ ਕੁਝ ਮੰਨਣਾ ਸੀ ਮੰਨ ਚੁੱਕੀ ਹਾਂ। ਜੇ ਤੁਸੀਂ ਹੋਰ ਸਾਰ ਲੈਣਾ ਏ, ਮੈਨੂੰ ਨਿਮਾਣੀ ਨੂੰ ਇੱਕ ਪੁੜੀ ਜ਼ਹਿਰ ਦੀ ਭੇਜ ਦੇਣੀ, ਹੋਰ ਕੁਝ ਨਹੀਂ ਮੰਗਦੀ। ਦਾਸੀ। ਬਹੁਤ ਚਿਰ ਆਏ ਕੁੜੀ ਦਾ। ਕੇਸਰ ਨੇ ਰੂਪ ਵੱਲ ਦੇਖਦਿਆਂ ਮਿੰਦਰੋਂ ਦੀ ਤਾਰੀਫ ਕੀਤੀ। ਉਸ ਮਨ 'ਚ ਰੂਪ ਨੂੰ ਕਹਿ ਦਿੱਤਾ ਸੀ, ਤੂੰ ਮੇਰੀ ਚਿੱਠੀ ਦਾ ਜਵਾਬ ਵੀ ਨਹੀਂ ਦੇ ਸਕੀ। ਹੁਣ ਚਿੱਠੀ ਪੜ੍ਹ ਕੇ ਮੈਂ ਝੰਜੋੜਿਆ ਗਿਆ। ਕਰਤਾਰ ਨੇ ਸਾਵਧਾਨ ਹੁੰਦਿਆਂ ਕਿਹਾ, ਮੈਂ ਆਪਣੇ ਯਾਰਾਂ ਕਾਲੇ, ਅੰਬੇ ਤੇ ਗੁਰਦਿਆਲ ਨੂੰ ਚਿੱਠੀ ਵਿਖਾਈ। ਬਸ ਫਿਰ ਕੀ ਸੀ, ਸਾਰੇ ਹੀ ਅੜ ਗਏ। ਕਾਲਾ ਆਖਣ ਲੱਗਾ, ਵਿਆਹੁਣੀ ਤਾਂ ਬਸ ਇਹੋ ਕੁੜੀ ਵਿਆਹੁਣੀ ਹੈ। ਜੇ ਰਾਹ ਵਿੱਚ ਮਿਰਜ਼ੇ ਵਾਲੀ ਹੋਈ, ਮੈਂ ਖੁਸ਼ੀ ਨੂੰ ਅੰਦਰ ਦੱਬ ਕੇ ਕਹਿ ਗਿਆ, ਮਿਰਜ਼ਾ ਬਾਜ ਭਰਾਵੀਂ ਮਾਰਿਆ, ਅੰਬੋ ਪੀਲੋ ਦੀ ਲੜੀ ਗਾ ਗਿਆ। ਬਾਈ ਸਾਡੇ ਜਿਉਂਦਿਆਂ ਤੇਰੇ ਤੱਕ ਸ਼ਰ੍ਹਾ ਨਹੀਂ ਆਉਂਦੀ। ਕਾਲੇ ਨੇ ਦਲੇਰੀ ਭਰੇ ਫਖਰ ਨਾਲ ਹਿੱਕ ਥਾਪੜੀ। ਚੰਗਾ, ਕੱਲ ਨੂੰ ਹੀ ਚੱਲਾਂਗੇ। ਜਰਾ ਬੰਦੇ ਮੰਗਵਾ ਲਾ 5-4। ਕਾਲੇ ਹੋਰਾਂ ਆਪਣੀਆਂ ਤਿਆਰੀਆਂ ਖਿੱਚ ਲਈਆਂ। ਸਾਡੇ ਕੋਲ 2 ਪੱਕੀਆਂ ਰਾਈਫਲਾਂ, 3 ਬੰਦੂਕਾਂ ਤੇ 2 ਪਿਸਤੌਲ ਜੁੜ ਗਏ ਸਨ। ਸਾਨੂੰ ਆਪਣੀ ਤਾਕਤ ਉੱਤੇ ਇੰਨਾ ਮਾਣ ਸੀ ਕਿ ਇੱਕ ਪਿੰਡ ਦਾ ਕੀ ਪੂਰੀ ਰਿਆਸਤ ਫੂਕ ਸੁੱਟਾਂਗੇ। ਦੱਬ ਵਾਲੀ ਦੀਆਂ ਪੈਲੀਆਂ 'ਚ ਅਸੀਂ ਘੋੜੀਆਂ ਖੁੱਲੀਆਂ ਚਰਨੀਆਂ ਛੱਡ ਦਿੱਤੀਆਂ। ਇੱਕ ਕਾਰੀ ਆਦਮੀ ਰਾਹੀਂ ਅਸੀਂ ਪਾਖਰ ਨੂੰ ਸੁਨੇਹਾ ਭੇਜ ਦਿੱਤਾ, ਆਪਣੀ ਤਿਆਰੀ ਕਰ ਲਵੇ। ਆਦਮੀ ਰਾਹੀਂ ਅਸੀਂ ਪਾਖਰ ਨੂੰ ਸੁਨੇਹਾ ਭੇਜ ਦਿੱਤਾ ਕਿ ਆਪਣੀ ਤਿਆਰੀ ਕਰ ਲਵੇ ਕਿ ਰੱਤੇ ਵਾਲੀਆ ਕਰਤਾਰ ਉਸ ਦੀ ਭੈਣ ਨੂੰ ਚੁੱਕਣ ਲਈ ਆ ਗਿਆ ਏ। ਸੁਨੇਹਾ ਪਹੁੰਚਦਿਆਂ ਹੀ ਪਿੰਡ ਵਿੱਚ ਤਰਥੱਲ ਪੈ ਗਿਆ। ਪਾਖਰ ਨੇ 2 ਲਾਇਸੈਂਸੀਏ, 2 ਕੁ ਭੱਜੇ ਟੁੱਟੇ ਹਥਿਆਰ, ਨਜਾਇਜ਼ ਹਥਿਆਰ ਇਕੱਤਰ ਕੀਤੇ। ਰਾਹ ਵਿੱਚ ਰੁੱਖ ਹੋਈ ਕੋਈ ਨਹੀਂ ਸੀ। ਸਾਰਾ ਪਿੰਡ ਕੋਠਿਆਂ ਉੱਤੇ ਚੜ੍ਹਿਆ ਮੀਲ ਭਰ ਤੋਂ ਸਾਨੂੰ ਤੇ ਚਰਦੀਆਂ ਘੋੜੀਆਂ ਨੂੰ ਦੇਖ ਰਿਹਾ ਸੀ। ਸਾਡਾ ਤਮਾਸ਼ਾ ਅੱਗੇ ਵੀ ਇਹ ਪਿੰਡ ਵੇਖ ਚੁੱਕਾ ਸੀ। ਜਦ ਘੋੜੀਆਂ ਦੀਆਂ ਲਗਾਮਾਂ ਬਾਹਾਂ 'ਚ ਤੇ ਬੰਦੂਕਾਂ ਮੋਢਿਆਂ 'ਚ ਪਾਈ, ਅਸੀਂ ਮਲਕ ਪਿੰਡ ਨੂੰ ਵਧੇ। ਕੋਠਿਆਂ ਦਾ ਰੌਲਾ ਸਾਡੇ ਤੱਕ ਪਹੁੰਚ ਗਿਆ। ਅਸੀਂ ਬੜੇ ਹੌਸਲੇ ਨਾਲ ਮੁਸਕਰਾਈ ਜਾ ਰਹੇ ਸਾਂ।
ਅਸੀਂ ਹਾਲੇ ਬਹੁਤ ਦੂਰ ਸਾਂ ਕਿ ਪਿੰਡ ਵੱਲੋਂ ਫਾਇਰ ਸ਼ੁਰੂ ਹੋ ਗਿਆ। ਅਸੀਂ ਘੋੜੀਆਂ ਫਿਰ ਹਰੀਆਂ ਕਣਕਾਂ ਵਿੱਚ ਛੱਡ ਦਿੱਤੀਆਂ ਤੇ ਉੱਥੋਂ ਹੀ ਗੋਡੀ ਲਾ ਕੇ ਫਾਇਰਾਂ ਦੀ ਬਾਲੀ ਪਿੰਡ ਦੇ ਸਿਰ ਉੱਤੋਂ ਦੀ ਕੱਢ ਦਿੱਤੀ। ਲੋਕ ਇੱਕਦਮ ਛੱਤਾਂ ਤੋਂ ਡਿੱਗ ਪਏ ਅਤੇ ਢਿੱਡ ਘਸੀਟ ਕੇ ਛੇਤੀ ਥੱਲੇ ਉਤਰਨ ਲੱਗੇ। ਉਹਨਾਂ ਨੇ ਪਹਿਲੇ ਫਾਇਰ ਕੋਠਿਆਂ ਤੋਂ ਆਏ ਸਨ, ਦੂਜੇ ਫਾਇਰ ਮੇਰੇ ਸਹੁਰਿਆਂ ਦੀ ਉਸੇ ਹਵੇਲੀ ਦੇ ਵਿਹੜੇ ਵਿੱਚੋਂ ਆਉਣ ਲੱਗੇ। ਸਾਡੀ ਫਾਇਰਿੰਗ ਨਾਲ ਹਵੇਲੀ ਦੀ ਬਾਹਰਲੀ ਕੱਚੀ ਕੰਧ ਦੇ ਲਿਓੜ ਲੈ ਗਏ। ਅੱਜ ਵੀ ਹਵੇਲੀ ਦੇ ਤਖਤਿਆਂ ਵਿੱਚ ਗੋਲੀਆਂ ਦੀਆਂ ਮੋਰੀਆਂ ਹੋਈਆਂ ਪਈਆਂ ਹਨ। 15 ਮਿੰਟਾਂ ਪਿੱਛੋਂ ਫਾਇਰ ਬੰਦ ਹੋ ਗਏ। ਅਸੀਂ ਤਾਂ ਫਾਇਰ ਬੜੇ ਬਚਾ ਕੇ ਕੀਤੇ ਸਨ। ਉਹਨਾਂ ਦੇ ਕੱਚੇ ਫਾਇਰਾਂ ਦਾ ਸਾਨੂੰ ਕੋਈ ਖਤਰਾ ਨਹੀਂ ਸੀ। ਸਾਨੂੰ ਆਪਣੀ ਆਦਮੀ ਨੁਕਸਾਨੇ ਜਾਣ ਦਾ ਖਤਰਾ ਜ਼ਰੂਰ ਸੀ, ਪਰ ਰੱਬ ਵੱਲੋਂ ਬਚਾ ਰਿਹਾ। ਕਾਲੀ ਤੇ ਮੁੰਡਪੁਣੇ 'ਚ ਸਾਡਾ ਪ੍ਰੋਗਰਾਮ ਬਿਲਕੁਲ ਬੇਵਿਉਂਤਾ ਸੀ। ਸਾਡੀ ਮੂੜ ਮੱਤ ਨੂੰ ਕੁਦਰਤ ਨੇ ਫਤਿਹ ਦੇਣੀ ਸੀ, ਨਹੀਂ ਰੱਬ ਵੀ ਜਾਣਦਾ ਸੀ ਕਿਵੇਂ ਨਿਬੜਦੀ। ਗੁਰਦੁਆਰੇ ਵੱਲੋਂ ਬਾਹਾਂ ਚੁੱਕੀ ਕੁਝ ਵੱਡੀ ਉਮਰ ਦੇ ਬੰਦੇ ਹੀਆ ਕਰਕੇ ਸਾਡੇ ਵੱਲ ਵਧੇ। ਅਸਾਂ ਆਪਣਾ ਆਪ ਰੋਕ ਕੇ ਉਹਨਾਂ ਦੀ ਇੰਤਜ਼ਾਰ ਕੀਤੀ। ਨੇੜੇ ਆ ਕੇ ਉਹਨਾਂ ਫਤਿਹ ਆਖੀ ਤੇ ਠੱਡੇ ਪੈਣ ਲਈ ਸਾਨੂੰ ਅਪੀਲ ਕੀਤੀ। ਮੇਰੇ ਸਹੁਰੇ ਨੇ ਅੱਗੇ ਵੱਧ ਕੇ ਕਿਹਾ, ਕਾਕਾ ਤਿਉਂ ਸਾਡੀ ਵੱਢ ਨਾ, ਵਿਆਹ ਦਾ ਦਿਨ ਬੰਨ੍ਹ ਕੇ ਆ ਜਾਵੀਂ। ਜੇ ਤੁਸੀਂ ਰਾਜ਼ੀ ਹੋ ਅੱਜ ਹੀ ਵਿਆਹ ਦਾ ਦਿਨ ਸਮਝ ਲੈਂਦੇ ਆ, ਤੁਸੀਂ ਤੋਰ ਦਿਓ, ਅਸੀਂ ਲੈ ਜਾਂਦੇ ਆ। ਮੈਂ ਉਹਨਾਂ ਨੂੰ ਨਰਮ ਪਿਆ ਵੇਖ ਥੋੜਾ ਆਕੜ ਗਿਆ। ਸਾਊਆ ਸਾਡੀ ਰਹਿੰਦੀ ਨਹੀਂ, ਮੇਰੀ ਦਾੜੀ ਵੱਲ ਵੇਖ। ਸਹੁਰੇ ਨੇ ਦਾੜੀ ਨੂੰ ਸੱਜਾ ਹੱਥ ਲਾਇਆ। ਤੇ ਮੁਕਾਬਲੇ ਕਰਨ ਵੇਲੇ ਰਹਿੰਦੀ ਸੀ? ਮੈਂ ਬੰਦੂਕ ਦਾ ਬੱਟ ਜ਼ਮੀਨ ਤੇ ਮਾਰਿਆ। ਉਹ ਤਾਂ ਮੁੰਡਾ ਅਵੈੜਾ ਏ, ਤੂੰ ਮਸੜਾ ਪਾਸੇ ਹੋ ਜਾ, ਪਹਿਲਾਂ ਪੱਖਰ ਵਾਲਾ ਵੈੜਪਣਾ ਕੱਢ ਲੈਣ ਦੇ। ਅੰਬੋ ਦੁਨਾਲੀ ਚੋਂ ਰਾਉਂਡ ਪਾਉਂਦਾ ਗੋਡੀ ਲਾ ਕੇ ਬਹਿ ਗਿਆ। ਨਾ ਓਏ ਗੱਭਰੂਆ, ਇੱਕ ਪੰਚਾਇਤੀ ਨੇ ਵਾਸਤਾ ਦਿੱਤਾ। ਬਿਲਕੁਲ ਸਫੈਦ ਦਾੜੀ ਵਾਲੇ ਇੱਕ ਬਜ਼ੁਰਗ ਨੇ ਬੇਨਤੀ ਕੀਤੀ, ਅਸੀਂ ਤੁਹਾਡੇ ਕੋਲ ਪੰਚਾਇਤੀ ਬਣ ਕੇ ਆਏ ਹਾਂ। ਪੰਚਾਇਤੀ ਨੂੰ ਤੁਸੀਂ ਧੱਕੋ ਨਾ, ਪੰਚਾਇਤ ਰੱਬ ਵਰਗੀ ਹੁੰਦੀ ਹੈ। ਸਾਡੀ ਬੇਨਤੀ ਹੱਥ ਬੰਨ੍ਹ ਕੇ ਤੁਸੀਂ ਅੱਜ ਦੇ ਦਿਹਾੜੇ ਲਈ ਜਿੱਦ ਨਾ ਕਰੋ। ਸਰਦਾਰ ਹੋਰਾਂ ਲਈ ਦੀ ਨਹੀਂ ਵੱਡੀ ਦੀ, ਸਾਰੇ ਪਿੰਡ ਦੀ ਇੱਜ਼ਤ ਦਾ ਸਵਾਲ ਹੈ। ਪੰਚਾਇਤ ਤੁਹਾਨੂੰ ਬਚਨ ਦਿੰਦੀ ਹੈ, ਅਸੀਂ ਕੱਲ ਨੂੰ ਹੀ ਆਵਾਂਗੇ। ਮੈਂ ਕੰਮ ਰਾਸ ਆਉਂਦਾ ਵੇਖ ਨਰਮ ਪੈ ਗਿਆ। ਤੁਸੀਂ ਪੰਚਾਇਤ ਵਾਲੇ ਗੁਰਦੁਆਰੇ ਚੱਲ ਕੇ ਬਚਨ ਦਿਓ। ਨਹੀਂ ਬਾਈ, ਕਾਲੇ ਨੇ ਮੇਰੀ ਬਾਂਹ ਫੜ ਲਈ। ਪੰਚਾਇਤ ਨੂੰ ਗੁਰਦੁਆਰੇ ਨਹੀਂ ਲੈ ਕੇ ਜਾਣਾ। ਜੇ ਫਿਰ ਜਾਣਗੇ ਨਿਸ਼ੰਗ ਫਿਰ ਜਾਣ, ਆਪਾਂ ਨਹੀਂ ਮਰ ਚੱਲੇ। ਆਹ ਬੰਦੂਕਾਂ ਨਹੀਂ ਟੁੱਟ ਚਲੀਆਂ। ਕਾਲੇ ਨੇ ਮੈਨੂੰ ਇੱਕ ਗਲਤੀ ਕਰਦੇ ਨੂੰ ਰੋਕ ਲਿਆ। ਇੱਕ ਗੱਲ ਹੋਰ ਵੀ ਏ, ਆਨੰਦ ਘਰ ਦੀ ਥਾਂ ਗੁਰਦੁਆਰੇ ਹੋਣਗੇ। ਮੈਂ ਇੱਕ ਸ਼ਰਤ ਹੋਰ ਵੀ ਅੱਗੇ ਰੱਖ ਦਿੱਤੀ। ਇਸ ਗੱਲ ਤੇ ਮੇਰੇ ਸਹੁਰੇ ਨੇ ਥੋੜੀ ਚੀਸ ਵੱਟੀ, ਪਰ ਦੂਜੇ ਪੰਚਾਇਤੀਆਂ ਦੇ ਆਖੇ ਉਸ ਨੂੰ ਮੰਨਣੀ ਹੀ ਪਈ। ਸਾਡੇ ਵਿਚਕਾਰ ਗੱਲ ਤੈਅ ਹੋ ਗਈ। ਅਸੀਂ ਖੁਸ਼ੀਆਂ 'ਚ ਦੜੰਗੇ ਮਾਰਦੇ ਵਾਪਸ ਆ ਗਏ। ਕਾਹਲੀ ਇੱਕ ਜੀਪ ਤੇ ਕਾਰ ਦਾ ਬੰਦੋਬਸਤ ਕੀਤਾ। ਸਿਰਫ 2 ਡਰਾਈਵਰਾਂ ਦੇ ਵਾਧੇ ਨਾਲ ਅਗਲੀ ਸ਼ਾਮ ਅਸੀਂ ਬਣੇ ਤਣੇ ਹਥਿਆਰਬੰਦ ਜਨ ਬਣ ਕੇ ਚਲੇ ਗਏ। ਫਰਕ ਸਿਰਫ ਇੰਨਾ ਸੀ ਕਿ ਕੱਲ ਨਾਲੋਂ ਕੱਪੜੇ ਕੁਝ ਨਵੇਂ ਤੇ ਚੰਗੇ ਪਾਏ ਹੋਏ ਸਨ। ਇੱਥੇ ਮੇਰੀ ਮਾਂ ਦੀ ਜਾਨ ਸਹਿ ਕਰ ਰਹੀ ਸੀ। ਪਤਾ ਨਹੀਂ ਉੱਥੇ ਕੀ ਹੋਵੇਗਾ। ਸਵੇਰੇ ਬੜੇ ਟੌਰ ਨਾਲ ਸਾਡੇ ਆਨੰਦ ਹੋਏ। ਪਿੰਡ ਦੀ ਕੋਈ ਕੁੜੀ ਜਾਂ ਵਹੁਟੀ ਨਹੀਂ ਸੀ ਜਿਹੜੀ ਗੁਰਦੁਆਰੇ ਨਹੀਂ ਸੀ ਆਈ। ਚਾਹ ਪੀ ਲੈਣ ਪਿੱਛੋਂ ਕਾਲੇ ਨੇ ਮੁੱਛਾਂ ਨੂੰ ਵੱਟ ਚਾੜਦਿਆਂ ਕਿਹਾ, ਬਾਈ ਜਰਾ ਪਿੰਡ ਦੀਆਂ ਗਲੀਆਂ ਉਡੀਕਦੀਆਂ ਨੇ ਆਪਾਂ ਨੂੰ। ਪਿੰਡ ਵਿੱਚ ਫਿਰਨ ਨੂੰ ਅਸੀਂ ਬੜੇ ਕਾਹਲੇ ਸੀ। ਆਨੰਦਾਂ ਸਮੇਂ ਕੁੜੀਆਂ ਦੀਆਂ ਕੀਤੀਆਂ ਉਂਗਲਾਂ ਤੇ ਉੱਤਰ ਵੀ ਮੋੜਨੇ ਸਨ। ਮੋਢੀ ਬੰਦੂਕਾਂ ਤੇ ਗਲ ਵਿੱਚ ਪਿਸਤੌਲ ਪਾਈ ਅਸੀਂ ਦੱਬ ਵਾਲੀ ਮਾਰਚ ਕੀਤੀ। ਕਿਸੇ ਘਰ ਦੀ ਕੁੜੀ ਬੁੜੀ ਨਹੀਂ ਸੀ ਜਿਹੜੀ ਸਾਨੂੰ ਦੇਖਣ ਲਈ ਬਾਹਰ ਗਲੀ 'ਚ ਨਹੀਂ ਨਿਕਲੀ ਸੀ। ਅੰਬੋ ਹੋਰਾਂ ਨੇ ਮੈਨੂੰ ਟਿੱਕਾ ਜੀ ਕਹਿਣਾ ਸ਼ੁਰੂ ਕਰ ਦਿੱਤਾ। ਇੱਕ ਗਲੀ 'ਚ ਕੁੜੀਆਂ ਬੁੜੀਆਂ ਨੇ ਸਾਨੂੰ ਅੱਗੋਂ ਘੇਰ ਲਿਆ। ਇੱਕ ਅਧਖੜ ਜਨਾਨੀ ਨੇ ਮੈਨੂੰ ਪਿਆਰ ਦਿੰਦਿਆਂ ਗੱਲ 'ਚ ਤਾਰੀ, ਪ੍ਰਾਹੁਣਿਆ ਸਾਡੀ ਕੁੜੀ ਤੇਰੇ ਨਾਲੋਂ ਸੋਹਣੀ ਹੈ, ਪਰ ਤੁਹਾਡੀ ਕੁੜੀ ਲਈ ਜਾਨ ਵੀ ਮੈਂ ਹੀ ਹੂਣ ਸਕਦਾ ਸੀ। ਇੰਨੀ ਆ ਕੇ ਮੈਂ ਛਾਤੀ ਚੌੜੀ ਕਰ ਲਈ। ਕੁੜੀਆਂ ਦਾ ਗੁਲਸਾੜਿਆ ਜਜ਼ਬਾ ਮੇਰੇ ਉੱਤੋਂ ਕੁਰਬਾਨ ਹੋਇਆ ਪਿਆ ਸੀ। ਰੂਪ ਭੈਣੇ, ਇਸੇ ਤਰ੍ਹਾਂ ਤੇਰੀ ਮਿੰਦਰੋ ਭਾਬੀ ਨੂੰ ਅਸੀਂ ਗੋਲੀਆਂ ਦੀ ਛਾਂਟ ਵਿਆਹ ਕੇ ਲੈ ਕੇ ਆਏ। ਕਰਤਾਰ ਬਾਈ ਨੇ ਆਪਣੀ ਰੋਮਾਂਸ ਕਥਾ ਦਾ ਅੰਤ ਕਰ ਦਿੱਤਾ। ਸਦਕੇ ਬਾਈ ਜੀ ਤੁਹਾਡੇ ਵੀ ਸਿਦਕ ਨਿਭਾਉਣ ਦੇ। ਰੂਪ ਨੇ ਰਜਵੀਂ ਪ੍ਰਸ਼ੰਸਾ ਵਜੋਂ ਕਿਹਾ, ਚਲੋ ਉੱਠੋ ਸਰਦਾਰ ਜੀ, ਸ਼ਾਇਦ ਅੱਜ ਬੱਸ ਹੀ ਨਾ ਮਿਲੇ। ਮੁੜ ਰੂਪ ਨੇ ਘੜੀ ਵੇਖੀ, ਬੱਸ ਤੁਹਾਨੂੰ ਨਾ ਮਿਲੇ ਕੱਲ ਤੋਂ ਚੱਲਣੀਆਂ ਬੰਦ ਕਰਾ ਦਿਆਂਗੇ। ਕਰਤਾਰ ਸਿੰਘ ਨੇ ਪੂਰਨ ਜਬੇ ਤੇ ਤਸੱਲੀ ਨਾਲ ਕਿਹਾ, ਤੁਹਾਡਾ ਬਾਈ ਸਭ ਸੱਚ ਹੈ। ਕੇਸਰ ਵੀ ਬਾਈ ਦੀ ਤਾਰੀਫ ਕਰ ਗਿਆ। ਉਹਨਾਂ ਸੁੱਤੇ ਪਏ ਸਮੀਰ ਨੂੰ ਜਗਾਇਆ ਤੇ ਪੌੜੀਆਂ ਉੱਤਰ ਆਏ। ਥੱਲੇ ਆ ਕੇ ਰੂਪ ਮਿੰਦਰੋਂ ਨੂੰ ਥਾਪੀਆਂ ਦੇਣੋਂ ਨਹੀਂ ਹਟਦੀ ਸੀ। ਬਸ ਭਾਬੀ, ਜਿੰਨਾ ਚਿਰ ਤੇਰੇ ਦਿਲ ਜਿਹੜੇ ਵਰਗੀਆਂ ਕੁੜੀਆਂ ਨਹੀਂ ਪੈਦਾ ਹੁੰਦੀਆਂ,
ਇਸ ਸਮਾਜ ਵਿੱਚ ਨਰੜ ਹੋਣੋਂ ਨਹੀਂ ਹਟਦੇ। ਮੈਂ ਤਾਂ ਸਮਝਦੀ ਬੀਬੀ, ਜਿੰਨਾ ਚਿਰ ਤੇਰੇ ਵਰਗੀਆਂ ਪੜ੍ਹੀਆਂ ਲਿਖੀਆਂ ਨਹੀਂ ਹੁੰਦੀਆਂ, ਸਾਰੇ ਮਿੰਦਰੋਂ ਦੀ ਗੱਲ ਤੇ ਤਾੜੀ ਮਾਰ ਕੇ ਹੱਸ ਪਏ ਕਿ ਵਿਹੜਾ ਵੇਖ ਕੇ ਕਰਤਾਰ ਸੜਕ ਤੱਕ ਉਹਨਾਂ ਦੇ ਨਾਲ ਆ ਗਿਆ। ਇਹ ਸੀ ਰੂਪ ਤਾਰਾ ਨਾਵਲ ਦਾ 9ਵੇਂ ਕਾਂਡ ਦਾ ਅੰਤਮ ਤੇ ਤੀਜਾ ਹਿੱਸਾ।